Welcome dear students in today's video lesson। ਅੱਜ ਦੇ ਵੀਡੀਓ ਲੈਸਨ ਦਾ ਟੌਪਿਕ ਕੀ ਹੈ? ਵਰਬਸ ਤੇ ਉਹਦੀਆਂ ਆਪਾਂ ਕਿਸਮਾਂ ਦੇਖਾਂਗੇ, ਫਾਈਨਾਈਟ ਐਂਡ ਨਾਨ ਫਾਈਨਾਈਟ ਤੇ ਰਿਲੇਟਡ ਉਹਦੇ ਨਾਲ ਜਿਹੜੀਆਂ ਐਕਟੀਵਿਟੀਜ਼ ਨੇ ਤੁਹਾਡੇ ਲੈਸਨ ਨੰਬਰ 6 ਦੀਆਂ ਬੇਟਾ ਕਲਾਸ 8th ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਲੈਸਨ ਕਿਹੜਾ ਹੈਗਾ? ਦਾ ਓਲਡ ਸੇਜ਼ ਐਂਡ ਦਾ ਬ੍ਰਦਰਸ। ਕਿਹੜੀ ਐਕਟੀਵਿਟੀਜ਼ ਨੇ ਇਸ ਦੇ ਨਾਲ? 6th 7th 8th ਐਂਡ 9th। ਸੋ ਇਹ ਤਿੰਨੋਂ ਚਾਰੋਂ ਐਕਟੀਵਿਟੀਜ਼ ਨੇ ਜਿਹੜੀਆਂ ਵਰਬ ਨਾਲ ਰਿਲੇਟਡ ਨੇ। ਸੋ ਇਹਨੂੰ ਆਪਾਂ ਕਰਾਂਗੇ ਸੋਲਵ ਅਤੇ ਸਮਝਾਂਗੇ ਫਾਈਨਾਈਟ ਵਰਬ ਕੀ ਹੁੰਦਾ, ਨਾਨ ਫਾਈਨਾਈਟ ਵਰਬ ਕੀ ਹੁੰਦਾ ਅਤੇ ਇਹਦੀਆਂ ਕਿਸਮਾਂ ਕਿਹੜੀਆਂ ਨੇ। ਸੋ ਅਗਰ ਬੁੱਕ ਅਵੇਲੇਬਲ ਆ ਬੁੱਕ ਲੈ ਲਓ, ਅਗਰ ਨਹੀਂ ਬੁੱਕ ਅਵੇਲੇਬਲ ਨੋਟਬੁੱਕ ਲੈ ਲਓ ਅਤੇ ਨੋਟ ਕਰ ਲਓ। ਹੁਣ ਜਦੋਂ ਅਸੀਂ ਵਰਬ ਦੀ ਗੱਲ ਕਰਦੇ ਹਾਂ ਸਾਰਿਆਂ ਨਾਲੋਂ ਪਹਿਲਾਂ ਸਾਨੂੰ ਜਾਣਨਾ ਚਾਹੀਦਾ ਕਿ ਵਰਬ ਹੈ ਕੀ, ਹੈ ਨਾ। ਵਰਬ ਇਜ਼ ਐਨ ਐਕਸ਼ਨ ਵਰਡਸ, ਜਿਹੜੇ ਕਿਸੇ ਸੈਂਟੈਂਸ ਦੇ ਵਿੱਚ ਐਕਸ਼ਨ ਦੇ ਬਾਰੇ ਦੱਸਦੇ ਨੇ, ਐਕਸ਼ਨ ਨੂੰ ਡਿਸਕਰਾਈਬ ਕਰਦੇ ਨੇ ਵਰਡਸ, ਉਹਨਾਂ ਨੂੰ ਅਸੀਂ ਵਰਬਸ ਕਹਿੰਦੇ ਹਾਂ। ਜਿੱਦਾਂ ਸਿਟ, ਸਟੈਂਡ, ਗੋ, ਰਾਈਟ, ਰੀਡ, ਪਲੇ, ਠੀਕ ਹੈ। ਸੋ ਇੱਦਾਂ ਦੇ ਜਿਹੜੇ ਵਰਡ ਨੇ ਉਹਨਾਂ ਨੂੰ ਕਹਿੰਦੇ ਆ ਵਰਬ। ਸੋ ਵਰਬ ਕਲੀਅਰ ਹੋ ਗਿਆ। ਹੁਣ ਵਰਬ ਦੀਆਂ ਕਿਸਮਾਂ ਦੇਖੋ ਬੇਟਾ। ਓਕੇ, ਹੁਣ ਇੱਥੇ ਦੋ ਮੇਜਰ ਕਿਸਮਾਂ ਦਿੱਤੀਆਂ, ਫਾਈਨਾਈਟ ਵਰਬ ਅਤੇ ਨਾਨ ਫਾਈਨਾਈਟ ਵਰਬ। ਹੋ ਗਿਆ। ਹੁਣ ਆਪਾਂ ਇਹਨਾਂ ਨੂੰ ਸਮਝਣ ਦੀ ਲੋੜ ਆ ਕਿ ਫਾਈਨਾਈਟ ਵਰਬ ਕਿਹੜਾ, ਨਾਨ ਫਾਈਨਾਈਟ ਵਰਬ ਆ ਜਿਹੜਾ ਉਹ ਕਿਹੜਾ ਬੇਟਾ। ਸੋ ਚੱਲਦੇ ਹਾਂ ਅੱਗੇ। ਦੇਖੋ ਫਾਈਨਾਈਟ ਵਰਬ, ਅ ਵਰਬ ਦੈਟ ਇਜ਼ ਲਿਮਟਡ ਬਾਈ, ਉਹ ਵਰਬ ਜਿਹੜਾ ਲਿਮਟਡ ਕਰ ਦਿੱਤਾ ਜਾਂਦਾ ਕਿਹਦੇ ਦੁਆਰਾ? ਦ ਨੰਬਰ, ਦ ਪਰਸਨ ਆਫ ਇਟਸ ਸਬਜੈਕਟ, ਦ ਟੈਂਸ। ਨੰਬਰ ਰਾਹੀਂ, ਪਰਸਨ ਰਾਹੀਂ ਜਾਂ ਸਬਜੈਕਟ ਰਾਹੀਂ ਜਾਂ ਟੈਂਸ ਰਾਹੀਂ ਉਹਨੂੰ ਲਿਮਟਡ ਕਰ ਦਿੱਤਾ ਗਿਆ, ਮਤਲਬ ਕਿ ਉਹ ਚੇਂਜ ਹੋ ਜਾਂਦਾ। ਜਿੱਦਾਂ ਆਪਾਂ ਕਹਾਂਗੇ ਮੋਟਾ ਜਿਹਾ। ਹੁਣ ਦੇਖੋ ਇੱਥੇ ਆ ਜਾਓ, ਇਹਦੀਆਂ ਐਗਜ਼ਾਮਪਲਸ ਦੇਖੋ, ਇਹ ਵਾਲੀਆਂ ਇਹਦੀਆਂ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ। ਆ ਫਾਈਨਾਈਟ ਵਰਬ ਇਜ਼ ਅ ਫਾਰਮ ਆਫ ਵਰਬ ਵਿਚ ਇਜ਼ ਲਿਮਟਡ ਬਾਈ ਨੰਬਰ, ਪਰਸਨ ਐਂਡ ਟੈਂਸ। ਆਈ ਏਟ ਐਨ ਐਪਲ ਡੇਲੀ, ਸ਼ੀ ਈਟਸ ਐਨ ਐਪਲ ਡੇਲੀ। ਈਟ ਆਈ ਨਾਲ ਵੀ ਲੱਗਿਆ, ਸ਼ੀ ਆ ਗਿਆ ਤਾਂ ਈਟਸ ਹੋ ਗਿਆ। ਵੀ ਫਿਰ ਈਟ ਹੈ, ਵੀ ਦੇ ਨਾਲ ਹੁਣ ਆ ਗਿਆ ਏਟ, ਕਿਉਂ? ਕਿਉਂਕਿ ਜਸਟਡੇ ਲੰਘ ਚੁੱਕੇ, ਕੱਲ੍ਹ ਦੀ ਗੱਲ ਹੋ ਰਹੀ ਆ। ਸੋ ਈਟ ਕੀ ਬਣ ਗਿਆ? ਏਟ। ਹੁਣ ਅੱਗੇ ਆ ਗਿਆ ਵੀ ਵਿਲ ਈਟ ਐਪਲਸ ਟੂਮਾਰੋ, ਟੂਮਾਰੋ ਆਉਣ ਵਾਲਾ ਕੱਲ੍ਹ ਹੈ, ਇਸ ਲਈ ਵੈਲ ਈਟ ਆ ਗਿਆ। ਸੋ ਹਰ ਜਗ੍ਹਾ 'ਤੇ ਈਟ ਆ ਜਿਹੜਾ ਉਹਦੀ ਫੋਰਮ ਚੇਂਜ ਹੋ ਰਹੀ ਹੈ, ਇਸ ਲਈ ਕੀ ਹੋ ਰਿਹਾ? ਇਹ ਫਾਈਨਾਈਟ ਵਰਬ ਆ ਬੇਟਾ। ਜਿੱਥੇ ਚੇਂਜ ਨਹੀਂ ਹੁੰਦੀ ਉਹ ਨਾਨ ਫਾਈਨਾਈਟ ਵਰਬ ਆ। ਉਹਦੀ ਆ ਦੇਖੋ ਤੁਹਾਡੇ ਮੂਹਰੇ ਸਮਝਾਇਆ ਹੋਇਆ, ਵਰਬ ਦੈਟ ਇਜ਼ ਨਾਟ ਲਿਮਟਡ ਬਾਏ ਦ ਨੰਬਰ, ਦ ਪਰਸਨ ਆਫ ਇਟਸ ਸਬਜੈਕਟ, ਦ ਟੈਂਸ। ਜਿਹੜਾ ਲਿਮਟਡ ਨਹੀਂ ਕੀਤਾ ਜਾਂਦਾ, ਠੀਕ ਹੈ, ਕਿਸੇ ਵੀ ਨੰਬਰ ਦੁਆਰਾ, ਪਰਸਨ ਦੁਆਰਾ, ਸਬਜੈਕਟ ਦੁਆਰਾ, ਟੈਂਸ ਦੁਆਰਾ, ਉਹਨੂੰ ਅਸੀਂ ਕਹਿੰਦੇ ਹਾਂ ਨਾਨ ਫਾਈਨਾਈਟ ਵਰਬ। ਹੁਣ ਆਪਾਂ ਇਹਦੀਆਂ ਐਗਜ਼ਾਮਪਲਸ ਦੇਖ ਲੈਂਦੇ ਹਾਂ। ਇਹ ਦੇਖੋ ਹੁਣ, I want to eat an apple, she wants to eat, we want to eat, they wanted to eat। ਹੁਣ ਇੱਥੇ ਵਾਂਟਡ ਸੈਕਿੰਡ ਫਾਰਮ ਲੱਗੀ ਹੈ ਨਾ, ਫਿਰ ਵੀ ਟੂ ਈਟ ਜਾਂ ਟੂ ਈਟ, ਟੂ ਈਟ, ਟੂ ਈਟ। ਅਗਲਾ ਦੇਖੋ ਟੂਮਾਰੋ ਵਾਲਾ ਤਦ ਵੀ ਟੂ ਈਟ ਹੀ ਲੱਗਿਆ ਹੋਇਆ, ਇਹਦੇ ਵਿੱਚ ਕੋਈ ਚੇਂਜ ਨਹੀਂ ਆਈ। ਸੋ ਇਹ ਕੀ ਆ? ਨਾਨ ਫਾਈਨਾਈਟ ਵਰਬ। ਇੰਨਾ ਤੁਹਾਨੂੰ ਮੋਟਾ ਮੋਟਾ ਸਮਝ ਲੈਣਾ ਕਾਫੀ ਆ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ, ਅਸੀਂ ਗੱਲ ਕੀਤੀ ਆ ਵਰਬ, ਵਰਬ ਦੀਆਂ ਦੋ ਕਿਸਮਾਂ, ਫਾਈਨਾਈਟ ਅਤੇ ਨਾਨ ਫਾਈਨਾਈਟ। ਹੁਣ ਅੱਗੇ ਨਾਨ ਫਾਈਨਾਈਟ ਦੀਆਂ ਕਿਸਮਾਂ ਦੀ ਗੱਲ ਹੋ ਰਹੀ ਆ, ਉਹਦੀਆਂ ਅੱਗੇ 3 ਕਿਸਮਾਂ ਨੇ, ਠੀਕ ਆ। ਦ ਇਨਫਿਨਿਟਿਵ, ਦ ਜਰਨਡ ਅਤੇ ਪਾਰਟੀਸੀਪਲ, ਦਾ ਪਾਰਟੀਸੀਪਲ। ਸੋ ਇਹਨੂੰ ਆਪਾਂ ਸਮਝਦੇ ਹਾਂ ਇਸ ਗ੍ਰਾਫ ਰਾਹੀਂ, ਠੀਕ ਹੈ। ਸੋ ਹੁਣ ਇਹ ਦੇਖੋ ਚਾਰਟ ਦਿੱਤਾ ਜਿਹੜਾ ਤੁਹਾਡੇ ਮੂਹਰੇ, ਇਹਨੂੰ ਆਪਾਂ ਸਮਝਦੇ ਹਾਂ। ਪੈਨ ਲੈ ਲਈਏ। ਦੇਖੋ ਪਹਿਲੀ ਟਾਈਪ ਕਿਹੜੀ ਹੈ ਇਹਦੀ? ਇਨਫਿਨਿਟਿਵ। ਉਹਦੀਆਂ ਅੱਗੇ 2 ਕਿਸਮਾਂ ਨੇ ਬੇਟਾ, ਬੇਅਰ ਇਨਫਿਨਿਟਿਵ, ਜਿਹਦਾ ਮਤਲਬ ਵਰਬ ਦੀ ਪਹਿਲੀ ਫਾਰਮ। ਟੂ ਇਨਫਿਨਿਟਿਵ ਮੀਨਸ ਟੂ ਲਗਾ ਕੇ ਵਰਬ ਦੀ ਪਹਿਲੀ ਫਾਰਮ। ਦੂਜੀ ਕੀ ਆ ਇਹਦੀ ਕਿਸਮ? ਜਰੰਡ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ। ਤੀਜੀ ਹੈਗੀ ਪਾਰਟੀਸੀਪਲ। ਇਹਦੀਆਂ ਅੱਗੋਂ 3 ਕਿਸਮਾਂ ਨੇ, ਪ੍ਰੈਜ਼ੈਂਟ ਪਾਰਟੀਸੀਪਲ, ਪਾਸਟ ਪਾਰਟੀਸੀਪਲ, ਪਰਫੈਕਟ ਪਾਰਟੀਸੀਪਲ। ਪ੍ਰੈਜ਼ੈਂਟ ਪਾਰਟੀਸੀਪਲ 'ਚ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗਣੀ ਹੈ, ਜਿੱਦਾਂ ਜਰੰਡ 'ਚ ਲੱਗਣੀ ਹੈ, ਸੇਮ ਐਜ਼, ਹੈ ਨਾ। ਪਾਸਟ ਪਾਰਟੀਸੀਪਲ 'ਚ ਵਰਬ ਦੀ ਤੀਜੀ ਫਾਰਮ ਲੱਗਣੀ ਆ। ਪਰਫੈਕਟ ਦੇ ਵਿੱਚ ਵੀ ਤੀਜੀ ਫਾਰਮ ਲੱਗਣੀ ਹੈ ਨਾਲ, ਪਰ ਹੈਵਿੰਗ ਲੱਗਣਾ। ਸੋ ਬਟ ਇਹਦੇ ਨਾਲ ਰਿਲੇਟਡ ਤੁਹਾਡੀ ਕੋਈ ਇੱਥੇ ਐਕਟੀਵਿਟੀ ਨਹੀਂ ਹੈਗੀ। ਸੋ ਇਹ ਪਹਿਲੇ 2 ਵਾਲੇ ਜਿਹੜੇ ਨੇ ਇਹ ਅਸੀਂ ਕਰਾਂਗੇ, ਇਹਨਾਂ ਨਾਲ ਰਿਲੇਟਡ ਹੈਗੀਆਂ ਸਾਡੇ ਕੋਲ ਐਕਟੀਵਿਟੀਜ਼।
सो चलते हैं हुण आपां अगे। एक्टिविटी नंबर 6। ओके 6 की स्टेटमेंट पढ़ लीए पहलां असीं। पिक आउट मीनस चुनो। इन्फेंटिव्स चुनने ने इहदे विच्चों। इन द फॉलोइंग सेंटेंसिस जिहड़े 5 सेंटेंस दिते हुए हैं एंड अंडरलाइन दैम, अते उन्हां दे थल्ले असीं लाइन लगाउणी है, उन्हां नूं करना अंडरलाइन। सो हुण पता लग गया तुहानूं की असीं चुनने इन्फेंटिव। एक बार फिर तो देख लो इन्फेंटिव की ने। वेयर इन्फेंटिव मीनस वर्ब दी फस्ट फॉर्म। टू इन्फेंटिव मीनस टू लगा के वर्ब दी फस्ट फॉर्म। हुण असीं इत्थे मेनली की देखना बेटा, वर्ब दी फस्ट फॉर्म देखनी है जां टू लगा के जिथे वर्ब दी फस्ट फॉर्म लगी हुई है वो देखनी है तो उन्होंने करना सी अंडरलाइन। पहले च देखो की आ रहा गा गो, दूजे च टू कम, टू फॉरगिव, डांस, फिर की आ गया टू चीट। लो जी जिहड़े मैं अंडरलाइन कीते ने तुसीं भी यही अंडरलाइन करने ने। यही तुहाडी एक्टिविटी नंबर 6 है बेटा। डन हो गई। चलो हुण आपां अगे चलते हैं। एक्टिविटी नंबर 7 देखते हैं। ये असीं कर लिए डन एक्टिविटी। हुण इत्थे तुसीं आप टिक कर लेना। ओके एक्टिविटी नंबर 7 फिल इन द ब्लैंक्स विद एप्रोप्रिएट नॉन फाइनाइट फॉर्म्स। हुण उत्थे असीं सिर्फ इन्फिनिटिव भरिया सी एक किस्म। हुण इत्थे दूजी किस्म भी लागू हो सकती है ना, तो फिर देखना पैना सानू कि असीं कित्थे वर्ब दी फस्ट फॉर्म लाउणी है, मतलब वेयर इन्फिनिटिव लाउणा, कित्थे टू इन्फिनिटिव लाउणा जां जेरंड दी वरतों करनी है। सो उस लई सानू पहलां इन्हां नूं समझना पऊगा जिहड़े कुछ रूल्स ने। सो आ जाओ मोटा मोटा देख लीए आपां फटाफट। ये असीं पढ़ चुके हैं पहलां, तुहानूं समझाता मैं सारा। आई होप कि तुहानूं समझ लग गई होनी है। वर्ब दी फस्ट फॉर्म टू ला के वर्ब दी फस्ट फॉर्म, वर्ब दी फस्ट फॉर्म ना इंग। बट हुण इन्हां दी कंडीशनस देख लीए आपां किहड़ियां ने, है ना। ओके चलो जी हुण देखो आ गया पहला आ गया वेयर इन्फिनिटिव। कित्थे कित्थे लागू हुंदा आ कुछ वर्ड दिते हुए ने विड, हैव, लैफ्ट, मेक। मेक द फॉर्म दूजी मेड भी हो सकती है ना। जिथे ये शब्द लगे हुए ने उदों बाद वर्ब की पहली फॉर्म लगनी है, ਉਹਦੇ ਨਾਲ टू नहीं लगना सीधा जिहा। इत्थे दिता होया रिपीट, राइट, एंटर। ठीक है इत्थे बाद वेड, बिड की वेड हो गई फॉर्म, मेक की मेड हो गई है ना। सो इन्हों रखना तुसीं ध्यान दे विच। हुण अगले होर किहड़े ध्यान रखने, वैल लग्या, वुड लग्या, शैल, शुड, कैन, कुड। आ तुहानूं दिख ही रहा डू, मस्ट, मे। जिथे ये लगे हुण उत्थे भी वर्ब की फस्ट फॉर्म लगू, ਉਹਦੇ ਨਾਲ टू नहीं लगूगा। थर्ड की है नीड और डेयर। ठीक है जिथे डेयर वर्ड आ गया, डेयर नॉट या नीड नॉट आ गया, नॉट भी लग गया, पर नीड और डेयर हैगा उत्थे भी वर्ब की फस्ट फॉर्म लगनी है। वुड रैदर, रैदर दैन, हैड रैदर। अगर ये लगे हुए ने तद भी वर्ब की फस्ट फॉर्म लगनी है। रूल नंबर 5 की कह रहा बट लग्या हुआ है ना, फिर उस तो इलावा एक्सैप्ट लग्या होया तो फिर उत्थे भी तुसीं वर्ब की फस्ट फॉर्म लाउणी है, टू नाल नहीं लाउणा, मतलब कि बेयर इन्फिनिटिव ही लगना गा। ओके नैक्सट वन है विद क्वेश्चन डोनेटिंग सजैशनस और एडवाइस एंड बिगनिंग विद वाई एंड वाई नॉट। कोई जिहड़ा क्वेश्चन आ सानूं सजैशन दे रहा कोई, तो वाई नाल जां वाई नॉट नाल शुरू हो रहा, उत्थे भी असीं बेयर इन्फिनिटिव जानी कि वर्ब की फस्ट फॉर्म लाउणी है बेटा। क्लीयर हो गई। हुण अगे आपां टू इन्फिनिटिव देखते हैं कि टू इन्फिनिटिव ने वो कित्थे कित्थे यूज़ हुंदे ने, है ना। ਇਹਦੇ ਕੁਝ ਰੂਲ ਨੇ ਜਿੱਦਾਂ ਐਜ਼ ਅ ਨਾਊਨ, ਜਦੋਂ ਨਾਊਨ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਵਰਬ ਉਦੋਂ। ਜਿੱਦਾਂ ਹੁਣ ਇਸ ਐਗਜ਼ਾਮਪਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਟੂ ਸਪੀਕ, ਟੂ ਐਰਰ, ਟੂ ਕ੍ਰਿਟੀਸਾਈਜ਼, ਟੂ ਪਲੇ ਹੈ ਨਾ। ਸੋ ਮੋਸਟਲੀ ਤੁਸੀਂ ਇਹ ਸਮਝ ਕੇ ਚੱਲੋ ਮੋਟਾ ਜਿਹਾ ਜਦੋਂ ਮੂਹਰੇ ਵਰਬ ਆ ਗਿਆ ਤਾਂ ਟੂ ਨਾਲ ਲੱਗਣਾ। ਓਕੇ ਨੈਕਸਟ ਦੇਖ ਲਓ ਹੁਣ ਅੱਗੇ ਹੈ ਨਾ। ਐਜ਼ ਐਡਵਰਬ ਟੂ ਮੋਡੀਫਾਈ ਵਰਬਸ ਐਂਡ ਐਡਜੈਕਟਿਵ। ਜਦੋਂ ਐਡਵਰਬ ਆ ਜਿਹੜਾ ਉਹ ਵਰਬ ਨੂੰ ਔਰ ਐਡਜੈਕਟਿਵ ਨੂੰ ਮੋਡੀਫਾਈ ਕਰਦਾ ਉਦੋਂ। ਕਿੱਦਾਂ ਇਹਦੀ ਐਗਜ਼ਾਮਪਲ ਸਮਝੋ। ਵੀ ਗੋ ਟੂ ਸਕੂਲ, ਅਸੀਂ ਸਕੂਲ ਜਾਂਦੇ ਹਾਂ। ਕੀ ਗਾ ਟੂ ਲਰਨ, ਉਹਨੂੰ ਹੀ ਐਕਸਪਲੇਨ ਕੀਤਾ ਹੋਇਆ ਨਾ, ਗੋ ਨੂੰ ਹੀ ਉਹਨੂੰ ਹੀ ਮੋਡੀਫਾਈ ਕੀਤਾ ਟੂ ਲਰਨ। ਸੋ ਇਸ ਲਈ ਟੂ ਲਰਨ ਲਗਾਇਆ। ਇਸ ਤਰੀਕੇ ਨਾਲ ਅਗਲਾ ਜਿਹੜਾ ਹਾਰਡ ਆ ਉਹ ਐਡਜੈਕਟਿਵ ਆ, ਉਹਨੂੰ ਹਾਰਡ ਨੂੰ ਹੀ ਮੋਡੀਫਾਈ ਕੀਤਾ ਟੂ ਪਲੀਜ਼। ਸ਼ੀ ਇਜ਼ ਹਾਰਡ ਟੂ ਪਲੀਜ਼। ਇਸੇ ਤਰੀਕੇ ਨਾਲ ਥਰਡ ਕੀ ਆ ਐਡਜੈਕਟਿਵ ਟੂ ਕੁਆਲੀਫਾਈ ਨਾਊਨ। ਠੀਕ ਆ ਜਿੱਥੇ ਜਿੱਦਾਂ ਇੱਥੇ ਕੁਆਲੀਫਾਈ ਕਿਹੜਾ ਮੈਚ ਆ, ਮੈਚ ਤੋਂ ਬਾਅਦ ਕੀ ਹੈਗਾ ਇਟ ਵਾਜ਼ ਮੈਚ ਟੂ ਰਿਮੈਂਬਰ। ਲਓ ਜੀ ਇਸੇ ਤਰੀਕੇ ਨਾਲ
ਉਦੋਂ ਬਾਅਦ ਦਿੱਤਾ ਆਬਜੈਕਟਿਵ ਦੀ ਗੱਲ ਹੋਈ ਆ ਹੈ ਨਾ। ਸਾਨੂੰ ਪਤਾ ਸੈਂਟੈਂਸ ਦੇ ਵਿੱਚ ਪਹਿਲਾਂ ਸਬਜੈਕਟ, ਵਰਬ, ਫਿਰ ਆਬਜੈਕਟ ਪੂਰਾ ਹੋ ਗਿਆ। ਆਬਜੈਕਟ ਤੋਂ ਬਾਅਦ ਅਗਰ ਜਦੋਂ ਆਉਂਦਾ ਫਿਰ ਟੂ ਕੀਪ ਕੁਆਇਟ, ਇੰਨੇ ਯਾਦ ਰੱਖੋ। ਇਹ ਵੀ ਪੂਰਾ ਹੋ ਗਿਆ ਸੈਂਟੈਂਸ ਹਿਮ ਤੱਕ। ਆਬਜੈਕਟ ਤੋਂ ਬਾਅਦ ਅਗਰ ਟੂ ਐਕਸੈਪਟ, ਓਕੇ। ਉਸ ਤੋਂ ਇਲਾਵਾ ਜਿੱਥੇ TOO ਲੱਗਿਆ ਹੋਇਆ, ਠੀਕ ਆ, ਉਦੋਂ ਬਾਅਦ ਜਿਹੜਾ ਅਗਲਾ ਵਰਬ ਆਊਗਾ ਉਹ 'ਚ ਉਹ ਟੂ ਨਾਲ, ਜਿੱਦਾਂ ਇਹਦੇ ਵਿੱਚ ਹੀ ਇਜ਼ ਟੂ ਵੀਕ ਟੂ ਵਾਕ, ਮੋਨਾ ਇਜ਼ ਟੂ ਯੰਗ ਟੂ ਅੰਡਰਸਟੈਂਡ, ਦੇ ਵਰਕ ਟੂ ਸਲੋਲੀ ਟੂ ਅਚੀਵ, ਠੀਕ ਹੈ। ਸੋ ਇਸ ਤਰੀਕੇ ਜਿੱਥੇ TOO ਵਾਲਾ ਆ ਗਿਆ ਉਦੋਂ ਬਾਅਦ ਜਿਹੜੀ ਵਰਬ ਦੀ ਫਾਰਮ ਉਹ ਵੀ ਟੂ ਵਾਲੀ ਲੱਗੂਗੀ, ਓਕੇ। ਉਸ ਤੋਂ ਬਾਅਦ ਲਾਸਟ ਵਨ ਹੈ ਇਨਫ। ਜਿੱਥੇ ਇਨਫ ਦੀ ਵਰਤੋਂ ਹੋ ਗਈ ਉੱਥੇ ਵੀ ਟੂ ਵਾਲਾ ਲੱਗੂਗਾ, ਇਨਫਿਨਿਟਿਵ, ਟੂ ਇਨਫਿਨਿਟਿਵ ਲੱਗੂ। ਮਤਲਬ ਵਰਬ ਦੀ ਪਹਿਲੀ ਫਾਰਮ ਇਕੱਲੀ ਨਹੀਂ ਲੱਗਣੀ, ਟੂ ਲੱਗ ਕੇ ਲੱਗਣੀ ਆ। ਹੁਣ ਦੇਖੋ ਇਨਫ ਟੂ ਹੈਲਪ, ਇਨਫ ਮਨੀ ਟੂ ਪੇ। ਸੋ ਇਹ ਹੋ ਗਏ, ਆਪਾਂ ਇਨਫਿਨਿਟਿਵ ਪੜ੍ਹ ਲਏ। ਵੇਅਰ ਇਨਫਿਨਿਟਿਵ ਕਿੱਥੇ ਲੱਗਦਾ, ਟੂ ਇਨਫਿਨਿਟਿਵ ਕਿੱਥੇ ਲੱਗਦਾ। ਹੁਣ ਆਪਾਂ ਇਹਦੇ ਨਾਲ ਰਿਲੇਟਡ ਕਰ ਰਹੇ ਹਾਂ ਐਕਟੀਵਿਟੀ ਨੰਬਰ 7। ਲਓ ਜੀ ਤੁਸੀਂ ਕਰੋ ਇਹਨੂੰ ਨੋਟ ਡਾਊਨ। ਯੂ ਆਊਟ, ਗੈਟ ਸਾਨੂੰ ਬਰੈਕਟ ਦੇ ਵਿੱਚ ਦਿੱਤਾ ਹੋਇਆ ਸੀ ਬੇਟਾ, ਸੋ ਅਸੀਂ ਲਗਾਇਆ ਟੂ ਗੈਟ। ਮੇਕ ਦਿੱਤਾ ਹੋਇਆ ਸੀ, ਈਜ਼ੀ ਲੱਗਿਆ ਟੂ ਮੇਕ। ਅੱਗੇ ਆ ਗਿਆ, ਓਕੇ ਸੌਰੀ ਪੈਨ ਲੈ ਲਈਏ। ਆ ਮੇਡ ਲੱਗਿਆ ਹੋਇਆ, ਉੱਥੇ ਆਪਾਂ ਗੱਲ ਕਰੀ ਸੀ ਮੇਕ, ਮੇਡ ਲੱਗਿਆ ਹੋਇਆ ਤਾਂ ਫਿਰ ਵਰਬ ਦੀ ਫਸਟ ਫਾਰਮ ਹੀ ਲੱਗਣੀ ਹੈ, ਟੂ ਨਹੀਂ ਲੱਗਣਾ, ਇਸੇ ਲਈ ਰਿਪੀਟ ਲੱਗਿਆ। ਨੀਡ ਦੀ ਵੀ ਗੱਲ ਕਰੀ ਸੀ, ਜੇ ਨੀਡ ਲੱਗਿਆ ਹੋਊਗਾ ਫਿਰ ਅਸੀਂ ਵਰਬ ਦੀ ਪਹਿਲੀ ਫਾਰਮ ਹੀ ਲਾਉਣੀ ਹੈ, ਇਸ ਲਈ ਸੇ ਦਾ ਸੇ ਹੀ ਰਹਿ ਗਿਆ, ਠੀਕ ਹੈ। ਹੁਣ ਵੁੱਡ ਯੂ ਲਾਈਕ ਟੂ ਕਮ ਇਨ ਮਾਈ ਕਾਰ, ਹੀ ਵਿਲ ਬੀ ਏਬਲ ਟੂ ਸਵਿਮ ਵੈਰੀ ਸੂਨ। ਨੋਟ ਕਰਦੇ ਚੱਲੋ, ਹੋ ਗਈ ਐਕਟੀਵਿਟੀ ਇਹ। ਹੁਣ ਚਲੋ ਜੀ ਐਕਟੀਵਿਟੀ ਨੰਬਰ 8 ਵੱਲ। ਕੰਬਾਈਨ ਦਾ ਫੋਲੋਇੰਗ ਪੇਅਰਸ ਆਫ ਸੈਂਟੈਂਸਿਸ ਇਨਟੂ ਵਨ ਸੈਂਟੈਂਸ ਯੂਜ਼ਿੰਗ ਟੂ, ਇਨਫ ਪਲੱਸ ਇਨਫਿਨਿਟਿਵ। ਮਤਲਬ ਤੁਸੀਂ ਕੀ ਯੂਜ਼ ਕਰਨਾ, ਜਾਂ ਤਾਂ TOO ਵਾਲਾ ਟੂ ਜਾਂ ਇਨਫ ਯੂਜ਼ ਕਰਨਾ ਪਲੱਸ ਇਨਫਿਨਿਟਿਵ ਯੂਜ਼ ਕਰਕੇ ਇਸ ਨੂੰ ਕੀ ਕਰ ਦੇਣਾ, ਦੋ ਸੈਂਟੈਂਸਾਂ ਦਾ ਬਣਾ ਦੇਣਾ ਇੱਕ ਸੈਂਟੈਂਸ। ਲਓ ਜੀ ਦੇਖੋ ਪਹਿਲਾਂ ਕੀ ਸੀ, ਯੂ ਆਰ ਵੈਰੀ ਯੰਗ, ਯੂ ਕੈਨ ਨਾਟ ਹੈਵ ਅ ਗਨ। ਯੂ ਆਰ, ਫਿਰ ਅਸੀਂ TOO ਯੂਜ਼ ਕੀਤਾ ਵੈਰੀ ਦੀ ਜਗ੍ਹਾ 'ਤੇ ਟੂ ਯੰਗ। ਫਿਰ ਮੈਂ ਤੁਹਾਨੂੰ ਦੱਸਿਆ ਜਿੱਥੇ TOO ਵਾਲਾ ਟੂ ਲੱਗ ਗਿਆ ਉਦੋਂ ਅਗਲੇ ਵਾਰ ਕੀ ਲੱਗੂ, ਇਕੱਲਾ ਟੂ ਹੈਵ ਅ ਗਨ। ਪਿਛਲਾ ਪੋਰਸ਼ਨ ਚੱਕ ਕੇ ਅਸੀਂ ਲਗਾਤਾ। ਸਬਜੈਕਟ ਦੁਬਾਰਾ ਰਿਪੀਟ ਨਹੀਂ ਕਰਨਾ ਇਹਦੇ ਵਿੱਚ। ਹੀ ਇਜ਼ ਵੈਰੀ ਇਲ, ਹੀ ਕਾਂਟ ਈਟ ਐਨੀਥਿੰਗ। ਹੀ ਇਜ਼ ਵੈਰੀ ਦੀ ਜਗ੍ਹਾ ਫਿਰ ਅਸੀਂ ਕੀ ਲਾਇਆ, ਟੂ। ਹੀ ਇਜ਼ ਟੂ ਇਲ, ਫਿਰ ਅਸੀਂ ਕੀ ਲਾਇਆ ਦੂਜਾ TOO ਵਾਲਾ ਟੂ ਈਟ ਐਨੀਥਿੰਗ, ਪਿਛਲਾ ਹਿੱਸਾ ਚੱਕ ਕੇ ਲਾਤਾ। ਲਓ ਜੀ ਦੋ ਸੈਂਟੈਂਸ ਬਣ ਗਏ। ਲਓ ਜੀ ਥਰਡ ਵਨ ਵੀ ਬਣਾਓ। ਇਹਦੇ ਵਿੱਚ ਵੀ ਦੇਖੋ, ਮਿੱਕੀ ਵਾਜ਼ ਫੂਲਿਸ਼ ਇਨਫ ਟੂ ਟੈਲ ਦਾ ਲਾਈ ਟੂ ਦਾ ਪੁਲਿਸ। ਇੱਕ ਜਿਹੜਾ ਹੁਣ ਆ ਪੁਲਿਸ ਦੇ ਮੂਹਰੇ ਟੂ ਲੱਗਿਆ, ਆਲਰੇਡੀ ਪਹਿਲਾਂ ਉੱਥੇ ਲੱਗੇ ਹੀ ਹੋਇਆ ਸੀ ਹੈ ਨਾ, ਅਸੀਂ ਟੈਲ ਦੇ ਮੂਹਰੇ ਲਗਾਇਆ ਟੂ। ਅੱਗੇ ਆ ਗਿਆ, ਦ ਫਾਇਰ ਇਜ਼ਨਟ ਵੈਰੀ ਹਾਟ, ਆਈ ਵੋਂਟ ਬੋਇਲ ਦਾ ਕੈਟਲ। ਹੁਣ ਦੇਖੋ ਦ ਫਾਇਰ ਇਜ਼ਨਟ ਹਾਟ, ਉਦੋਂ ਬਾਅਦ ਅਸੀਂ ਲਾਇਆ ਇਨਫ ਟੂ ਬੋਇਲ, ਹੁਣ ਮਗਰਲਾ ਹਿੱਸਾ ਸਾਰਾ ਆ ਜਾਊ ਟੂ ਬੋਇਲ ਦਾ ਕੈਟਲ। ਆਈ ਐਮ ਰੈਦਰ ਓਲਡ, ਆਈ ਕਾਂਟ ਵਾਕ ਦੈਟ ਫਾਰ। ਹੁਣ ਆਈ ਐਮ ਟੂ ਓਲਡ ਟੂ ਵਾਕ ਦੈਟ ਫਾਰ, ਮਗਰਲਾ ਤਾਂ ਸਾਰਾ ਉਹੀ ਹੈ ਨਾ, ਟੂ ਲਗਾ ਕੇ ਲਗਾ ਦਿੰਦੇ ਹੁੰਦੇ ਅਸੀਂ ਬਸ। ਚਲੋ ਜੀ ਇਹ ਹੋ ਗਿਆ ਐਕਟੀਵਿਟੀ ਨੰਬਰ 8। ਹੁਣ ਅਗਲੀ ਐਕਟੀਵਿਟੀ ਹੈ ਜਿਹੜੀ 9th, ਉਹ ਜਰੰਡ ਨਾਲ ਰਿਲੇਟਡ ਆ। ਸੋ ਪਹਿਲਾਂ ਅਸੀਂ ਜਰੰਡ ਸਮਝ ਲਈਏ ਕੀ ਹੈ। ਜਰੰਡ ਅ ਨਾਊਨ ਐਂਡਿੰਗ ING that has been performed ਜਾਂ ਕਹਿੰਦੇ ਫਾਰਮਡ ਫਰੋਮ ਅ ਵਰਬ। ਮਤਲਬ ਕਿ ਜਰੰਡ ਇੱਕ ਨਾਊਨ ਆ ਜਿਹਦਾ ਐਂਡ ਕਿਹਦੇ ਨਾਲ ਹੁੰਦਾ, ਇੰਗ ਨਾਲ। ਤੁਹਾਡੇ ਕੋਲ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਥਿੰਕਿੰਗ, ਪਲੇਇੰਗ, ਪੇਂਟਿੰਗ, ਈਟਿੰਗ, ਆਹ ਵਾਲੀਆਂ, ਠੀਕ ਹੈ। ਸੋ ਸਮਝ ਲੱਗ ਗਈ। ਹੁਣ ਦੇਖੋ ਤੁਸੀਂ ਐਕਟੀਵਿਟੀ ਨੰਬਰ 9 'ਚ ਕੀ ਕਰਨਾ, ਅਸੀਂ ਪਿਕ ਆਊਟ ਕਰਨਾ ਜਰੰਡ ਨੂੰ ਸੈਂਟੈਂਸ ਦੇ ਵਿੱਚੋਂ। ਸਾਨੂੰ ਪਤਾ ਜਿਹੜਾ ਇੰਗ ਲੱਗਿਆ ਹੋਇਆ ਜਿਹਦੇ ਨਾਲ ਉਹ ਜਰੰਡ ਆ। ਸੋ ਬਹੁਤ ਈਜ਼ੀ ਆ। ਦੇਖੋ ਸਵੀਮਿੰਗ ਦੇ ਨਾਲ ਲੱਗਿਆ ਹੋਇਆ, ਲਓ ਪੈਨ ਲੈ ਲਈਏ ਹੈ ਨਾ, ਸਵੀਮਿੰਗ ਦੇ ਨਾਲ ਲੱਗਿਆ ਹੋਇਆ, ਆ ਚੱਕੋ ਜੀ ਇਹਨੂੰ ਅੰਡਰਲਾਈਨ ਕਰ ਦਿਓ, ਚਾਹੇ ਗੋਲਾ ਲਾ ਲਓ। ਦੂਜੇ 'ਚ ਕਿੱਥੇ ਆ, ਸਲੀਪਿੰਗ ਆ। ਤੀਜੇ 'ਚ ਗੋਸਪਿੰਗ ਆ, ਬੇਟਿੰਗ ਆ, ਇਹਦੇ 'ਚ ਸਟੀਲਿੰਗ ਆ। ਇਹ ਤਾਂ ਈਜ਼ੀ ਵੀ ਬਹੁਤ ਆ,
बस तुहानूं इन्ना पता होना चाहिए जिरंड दे नाल ING लग्या हुंदा। ਲਓ जी हुण अगलियां कुछ होर सेंटेंसिस ने इहदे नाल ही रिलेटेड। वॉकिंग आ, स्पैलिंग आ, बोटिंग आ, कुकिंग आ, डांसिंग आ। ਲਓ जी ਜਿਹੜੇ ਚੂਜ਼ ਕਰਨੇ ਨੇ ਉਹ ਤਾਂ ਬਹੁਤ ਈਜ਼ੀ ਨੇ, ਠੀਕ ਆ। ਜਦੋਂ ਫਿਲ ਕਰਨਾ ਹੁੰਦਾ ਉਦੋਂ ਥੋੜ੍ਹੀ ਦਿੱਕਤ ਆਉਂਦੀ ਹੈ ਕਿ ਸਾਨੂੰ ਉਹਦਾ ਰੂਲ ਪਤਾ ਹੋਣਾ ਚਾਹੀਦਾ ਹੈ ਨਾ। ਇਹ 9th ਐਕਟੀਵਿਟੀ ਦੇ ਨਾਲ ਹੀ ਥੱਲੇ ਇੱਕ ਇਹ ਪੂਰੀ ਹੋਰ ਐਕਟੀਵਿਟੀ ਦਿੱਤੀ ਵੀ ਆ, ਜਿਹਦੀਆਂ ਬਲੈਂਕਸ ਨੇ ਕੀ ਕਰਨਾ ਇਹਦੇ ਵਿੱਚ। ਫਿਲ ਦਾ ਬਲੈਂਕਸ ਵਿਦ ਦਾ ਕਰੈਕਟ ਜਰੰਡ ਔਰ ਇਨਫਿਨਿਟਿਵ ਫਾਰਮ ਆਫ ਦਾ ਵਰਬ। ਹੁਣ ਚਾਹੇ ਤੁਸੀਂ ਇਨਫਿਨਿਟਿਵ ਯੂਜ਼ ਕਰੋ ਚਾਹੇ ਜਰੰਡ ਯੂਜ਼ ਕਰੋ। ਇਨਫਿਨਿਟਿਵ ਦੇ ਵਿੱਚ ਵੀ ਸਾਨੂੰ ਪਤਾ ਦੋ ਨੇ, ਵਰਬ ਦੀ ਪਹਿਲੀ ਫਾਰਮ ਲੱਗਦੀ ਹੈ ਜਾਂ ਟੂ ਲਗਾ ਕੇ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ। ਜਰੰਡ ਦੇ ਵਿੱਚ ING ਲੱਗਦਾ। ਸੋ ਇਹਨਾਂ ਤਿੰਨਾਂ 'ਚੋਂ ਤੁਸੀਂ ਦੇਖਣਾ ਕਿ ਕਿਹੜੀ ਲੱਗੂਗੀ, ਠੀਕ ਆ। ਉਹਦੇ ਲਈ ਆਪਾਂ ਰੂਲਸ ਪਹਿਲਾਂ ਦੇਖ ਕੇ ਆਏ ਹੋਏ ਹਾਂ, ਦੇਖਿਆ ਸੀ ਕਿੱਥੇ ਕਿਹੜਾ ਕਿਹੜਾ ਲੱਗਦਾ। ਜਰੰਡ 'ਤੇ ਇੱਕ ਵਾਰ ਦੇਖ ਲਈਏ। ਓਕੇ, ਐਜ਼ ਅ ਸਬਜੈਕਟ ਯੂਜ਼ ਹੁੰਦਾ, ਆਫਟਰ ਪ੍ਰੈਪੋਜੀਸ਼ਨ ਯੂਜ਼ ਹੁੰਦਾ, ਆਫਟਰ ਸਰਟਨ ਵਰਬਸ ਯੂਜ਼ ਹੁੰਦਾ, ਇਨ ਨਾਊਨ ਕੰਪਾਊਂਡਸ ਯੂਜ਼ ਹੁੰਦਾ। ਸੋ ਜਿੱਦਾਂ ਹੁਣ ਇੱਥੇ ਆਪਾਂ ਸਬਜੈਕਟ ਦੀ ਗੱਲ ਕਰੀਏ, ਸਵੀਮਿੰਗ ਇਜ਼ ਅ ਗੁੱਡ ਐਕਸਰਸਾਈਜ਼, ਸਬਜੈਕਟ ਸਾਰਿਆਂ ਨਾਲ ਮੂਹਰੇ ਹੁੰਦਾ ਸਟਾਰਟਿੰਗ 'ਚ ਹੀ। ਸੋ ਇੰਗ ਲੱਗਿਆ ਹੋਇਆ ਦੇਖੋ ਹੈ ਨਾ, ਇੰਨਾ ਹੀ ਸਮਝ ਲਓ। ਉਸ ਤੋਂ ਬਾਅਦ ਆ ਜਾਓ ਜੀ ਆਪਾਂ ਸਬਜੈਕਟ ਦੇ ਤੌਰ 'ਤੇ ਆਪਾਂ ਗੱਲ ਕਰ ਲਈ। ਫਿਰ ਆਬਜੈਕਟ ਦੇ ਜਦੋਂ ਹੋਵੇ ਟਰਾਂਸਏਟਿਵ ਵਰਬ ਲੱਗਿਆ ਹੋਵੇ ਫਿਰ ਤੁਸੀਂ ਉਹਦੇ ਨਾਲ ਵੀ ਲਗਾਉਣਾ ਹੈ ਨਾ। ਆਬਜੈਕਟ ਆਫ ਅ ਪ੍ਰੈਪੋਜੀਸ਼ਨ ਜਿੱਦਾਂ ਫਾਊਂਡ ਆਫ ਲੱਗਿਆ ਹੋਇਆ, ਜਿੱਦਾਂ ਜਿੱਥੇ ਵੀ ਇਹ ਇੱਦਾਂ ਦੀ ਪ੍ਰੋਪੋਜੀਸ਼ਨ ਆਫ ਵਾਲੀ ਆਊਗੀ ਹੈ ਨਾ, ਤਾਂ ਫਿਰ ਉਹ ਤੋਂ ਬਾਅਦ ਤੁਸੀਂ ਇੰਗ ਵਾਲਾ ਯੂਜ਼ ਕਰਨਾ ਜਰੰਡ। ਫਾਊਂਡ ਆਫ ਸਪੈਸ਼ਲੀ ਇੰਜੋਏ ਲੱਗਿਆ ਹੋਵੇ ਉਦੋਂ ਬਾਅਦ ਵਾਲੇ ਨਾਲ ਵੀ ਇੰਗ ਵਾਲਾ ਯੂਜ਼ ਹੋਊਗਾ। ਆਹ ਕੁਝ ਸਰਟਨ ਵਰਡਸ ਨੇ ਜਿਹੜੇ ਦਿੱਤੇ ਹੋਏ ਨੇ, ਇਹਨਾਂ ਤੋਂ ਬਾਅਦ ਸਾਨੂੰ ਪਤਾ ਕਿ ਜਰੰਡ ਹੀ ਲੱਗੂ। ਇਹ ਵਾਲੇ ਵਰਡ ਨੇ, ਇਹਨਾਂ ਨੂੰ ਧਿਆਨ ਨਾਲ ਅਸੀਂ ਪੜ੍ਹਨਾ ਔਰ ਇਹਨਾਂ ਨੂੰ ਰਿਮੈਂਬਰ ਕਰ ਲੈਣਾ ਬੇਟਾ। ਐਡਮਿਟ, ਅਵੋਇਡ, ਕੰਸੀਡਰ, ਡੈਥ, ਡਿਫਰ, ਡਿਕੇ, ਡਿਨਾਈ ਹੈ ਨਾ, ਡਿਟੈਸਟ, ਇੰਜੋਏ। ਆ ਦੇਖੋ ਮੈਂ ਹੁਣ ਤੁਹਾਨੂੰ ਹੁਣੇ ਕਹਿੰਦੀ ਸੀ ਇੰਜੋਏ ਵਾਲੀ ਗੱਲ, ਜਿੱਥੇ ਇੰਜੋਏ ਆ ਜੂ ਉਸ ਤੋਂ ਬਾਅਦ ਅਗਰ ਬਲੈਂਕਸ ਦਿੱਤੀ ਵੀ ਹੈ ਤਾਂ ਇੰਗ ਵਾਲੀ ਲੱਗੂਗੀ, ਯਾਦ ਰੱਖਣਾ। ਐਕਸਕਿਊਜ਼, ਫੈਂਸੀ, ਫਿਨਿਸ਼, ਫੋਰਗਿਵ, ਇਮੈਜਿਨ, ਇਨਵੋਕ, ਕੀਪ, ਮਿਸ। ਸੋ ਆਹ ਸਾਰੇ ਵਰਡ ਦਿੱਤੇ ਹੋਏ ਨੇ, ਤੁਸੀਂ ਇਹਨਾਂ ਨੂੰ ਦੇਖ ਲਓ ਅਤੇ ਇਹਨਾਂ ਨੂੰ ਇੱਕ ਵਾਰ ਮੈਮੋਰਾਈਜ਼ ਜ਼ਰੂਰ ਕਰ ਲੈਣਾ ਬੇਟਾ। ਓਕੇ, ਚਲੋ ਹੁਣ ਆਪਾਂ ਦੇਖਦੇ ਹਾਂ ਐਕਟੀਵਿਟੀ। ਚਲੋ ਕਰੋ ਫਿਲ ਫਿਰ ਐਕਟੀਵਿਟੀ। ਪਹਿਲੇ ਦੇ ਵਿੱਚ ਹੀ ਐਗਰੀਡ ਟੂ ਹੈਲਪ ਮੀ, ਹੈਲਪ ਦੇ ਨਾਲ ਅਸੀਂ ਟੂ ਲਗਾ ਕੇ ਲਾਤਾ। ਨੈਕਸਟ ਦੇ ਵਿੱਚ ਆ ਗਿਆ ਦੇਖੋ ਸੁਰੇਸ਼ ਇੰਜੋਇਜ਼, ਹੁਣੇ ਦੱਸਿਆ ਸੀ ਜਿੱਥੇ ਇੰਜੋਏ ਤੋਂ ਬਾਅਦ ਬਲੈਂਕਸ ਹੋਵੇ ਫਿਰ ਕੀ ਲਾਉਣਾ, ਇੰਗ ਲਾ ਕੇ ਲਾਉਣਾ। ਪਲੇ ਦਿੱਤਾ ਹੋਇਆ ਸੀ, ਪਲੇ ਦੇ ਨਾਲ ਲਗਾਤਾ ਸੀ ਇੰਗ, ਪਲੇਇੰਗ। ਨੈਕਸਟ ਆ ਗਿਆ ਵੀ ਫੇਲਡ ਡੈਸ਼ ਦਾ ਟ੍ਰੇਨ, ਕੈਚ, ਫਿਰ ਦਾ ਕੈਚ ਦਾ ਕੀ ਆ ਗਿਆ ਟੂ ਕੈਚ। ਦੇ ਡਿਸਾਈਡਡ ਟੂ ਵਰਕ, ਸ਼ੀ ਲਵਸ ਲਿਸਨਿੰਗ ਟੂ ਮਿਊਜ਼ਿਕ, ਠੀਕ ਹੈ। ਓਕੇ, ਨੈਕਸਟ ਵਨ I am learning how to drive, ਡਰਾਈਵ ਦੇ ਨਾਲ ਟੂ ਲਾ ਕੇ। The class wanted to go for a picnic, he argued us to work faster, she loves reading books, I am looking forward to meet you। So that's all। I hope ਕਿ ਸਾਰੀਆਂ ਐਕਟੀਵਿਟੀਜ਼ ਤੁਸੀਂ ਨੋਟ ਡਾਊਨ ਕਰ ਲਈਆਂ ਹੋਣੀਆਂ ਨੇ। ਥੈਂਕਸ ਫॉर ਵਾਚਿੰਗ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਐਕਟੀਵਿਟੀ ਅਤੇ ਨੈਕਸਟ ਟੋਪਿਕ ਦੇ ਨਾਲ। ਜਦ ਤੱਕ ਤੁਸੀਂ ਇਹਨਾਂ ਨੂੰ ਰਾਈਟ ਡਾਊਨ ਕਰ ਲਓ ਔਰ ਕਰ ਲਓ ਬੇਟਾ ਇਹਨਾਂ ਨੂੰ ਲਰਨ। ਬਾਏ ਬਾਏ।